ਪੰਜਾਬ ਦੇ ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਦੀ ਗੱਲ ਕਰੀਏ ਤੇ ਕਿਹਾ ਜਾ ਰਿਹਾ ਸੀ ਕਿ ਪੁਰਾਣੇ ਘੁਟਾਲਿਆਂ ਦੀ ਤਰਜ਼ ਤੇ ਇਸ ਘੁਟਾਲੇ ਦੇ ਵਿੱਚ ਵੀ ਸੰਬੰਧਿਤ ਮੰਤਰੀ ਨੂੰ ਕਲੀਨ ਚਿੱਟ ਦੇ ਦਿੱਤੀ ਜਾਏਗੀ। ਕਲੀਨ ਚਿੱਟ ਮਿਲ ਚੁੱਕੀ ਹੈ। ਰਿਪੋਰਟ ਜਿਹੜੀ ਆ ਉਹ ਸਾਰਵਜਨਿਕ ਹੁੰਦੀ ਵੀ ਨਜ਼ਰ ਆ ਰਹੀ ਹੈ। ਸੁਖਪਾਲ ਸਿੰਘ ਖਹਿਰਾ ਹੁਣ ਇਸ ਮਸਲੇ ਦੀ ਜਾਂਚ ਜਿਹੜੀ ਹੈ ਹਾਈ ਕੋਰਟ ਦੇ ਸਿਟਿੰਗ ਜਸਟਿਸ ਤੋਂ ਕਰਾਉਣ ਦੀ ਗੱਲ ਕਰ ਰਹੇ ਨੇ। ਸਿੱਧੇ ਤੌਰ ਤੇ ਉਹਨਾਂ ਨੇ ਇਹ ਰਿਕੁਐਸਟ ਸੂਬੇ ਦੇ ਜਿਹੜੇ ਰਾਜਪਾਲ ਨੇ ਉਹਨਾਂ ਨੂੰ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਜਿਹੜੀ ਹੈ ਉਹ ਸਿਟਿੰਗ ਜਸਟਿਸ ਤੋਂ ਕਰਾਈ ਜਾਏ ਤਾਂ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਸਕੇ। ਕਿਉਂਕਿ ਪਹਿਲਾਂ ਵੀ ਕੁਝ ਘੁਟਾਲੇ ਕੈਪਟਨ ਸਰਕਾਰ ਦੇ ਰਾਜ ਦੇ ਵਿੱਚ ਹੋਏ, ਲੇਕਿਨ ਸਾਰੇ ਘੁਟਾਲਿਆਂ ਦੇ ਵਿੱਚ ਜਿਹੜੇ ਮੰਤਰੀਆਂ ਦੇ ਆਰੋਪ ਲੱਗੇ ਸੀ ਉਹ ਕਲੀਨ ਚਿੱਟ ਹੁੰਦੇ ਨਜ਼ਰ ਆ ਰਹੇ ਸੀ। ਇਸ ਮਾਮਲੇ ਦੀ ਗੱਲ ਕਰ ਲੈਂਦੇ ਹਾਂ। ਖਹਿਰਾ ਸਾਹਿਬ, ਇੱਕ ਰਿਕੁਐਸਟ ਤੁਸੀਂ ਗਵਰਨਰ ਸਾਹਿਬ ਨੂੰ ਕੀਤੀ ਕਿ ਇਸ ਦੀ ਜੁਡੀਸ਼ੀਅਲ ਇਨਕੁਆਇਰੀ ਕਰਾਈ ਜਾਏ ਤਾਂ ਹੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਸਕਦਾ, ਲੇਕਿਨ ਪਹਿਲਾਂ ਹੀ ਲੱਗਦਾ ਸੀ ਕਿ ਜਦੋਂ ਆ ਮਾਮਲਾ ਨਿਕਲ ਕੇ ਸਾਹਮਣੇ ਆਇਆ ਸੀ, ਜਿਸ ਢੰਗ ਦੇ ਨਾਲ ਸਾਧੂ ਸਿੰਘ ਧਰਮਸੋਤ ਨੂੰ ਬਚਾਉਣ ਵਾਸਤੇ ਸੁਨੀਲ ਜਾਖੜ ਪ੍ਰੈਸ ਕਾਨਫਰੰਸ ਕਰਦੇ हैं, ਉਸ ਤੋਂ ਬਾਅਦ ਇੱਕ ਹੋਰ ਪੋਲੀਟੀਕਲ ਜਿਹੜੇ ਸੈਕਟਰੀ हैं ਉਹ ਪ੍ਰੈਸ ਕਾਨਫਰੰਸ ਕਰਦੇ, ਯਾਨੀ ਪਹਿਲਾਂ ਹੀ ਕਲੀਨ ਚਿੱਟ ਦੇ ਅਸਾਰ ਨਜ਼ਰ ਆ ਰਹੇ ਸੀ ਔਰ ਅੱਜ ਉਸੇ ਤਰ੍ਹਾਂ ਤੇ ਕੈਪਟਨ ਸਰਕਾਰ ਖਰੀ ਉਤਰਦੀ ਵੀ ਨਜ਼ਰ ਆ ਰਹੀ ਹੈ। देखो, कैप्टन अमरिंदर सिंह का जोड़ा किरदार है ना, वो राणे गुरजीत सिंह वाले स्कैंडल तो ही सानू साफ हो गया सीगा कि उन्होंने मन बनाया हुआ कि मेरा मिनिस्टर चाहे किन्नी भी लुट कुसुट करे मैं उन्होंने बचाऊँगा। तुहानू याद होना कि राणे गुरजीत वेले एक फर्जी जस्टिस नारंग कमिशन बनाया सीगा। वो राणे गुरजीत नूं कह गया सीगा कि कोई भी अपना अच्छा जज लभ ला जिहड़ा रिटायर्ड तेरी इनकुआयरी कर दे ਤਾਂ ਤੈਨੂੰ ਕਲੀਨ ਚਿੱਟ ਅਸੀਂ ਦੇ ਦਾਂਗੇ। ਇਹ ਜਿਹੜੀਆਂ ਕਲੀਨ ਚਿੱਟਾਂ ਕੈਪਟਨ ਸਾਹਿਬ ਨੇ ਪਹਿਲਾਂ ਬਣਾ ਕੇ ਰੱਖੀਆਂ ਹੋਈਆਂ, ਇਹ ਸਿਰਫ ਦੇਣੀਆਂ ਹੀ ਹੁੰਦੀਆਂ ਨੇ। ਔਰ ਮੈਨੂੰ ਸਮਝ ਨਹੀਂ ਆਈ ਕਿ ਇੱਕ ਮਿਨਿਸਟਰ ਦੇ ਖਿਲਾਫ ਐਲੀਗੇਸ਼ਨਸ ਲੱਗ ਰਹੀਆਂ ਤੇ ਚੀਫ ਸੈਕਟਰੀ ਪੰਜਾਬ ਜਾਂ 3 IAS ਅਫਸਰ ਉਹਦੀ ਇਨਕੁਆਇਰੀ ਕਰ ਰਹੇ ਨੇ। ਕਰ ਸਕਦੇ ਨੇ ਇਨਕੁਆਇਰੀ। ਇਹ ਤਾਂ ਕੋਈ ਇਨਕੁਆਇਰੀ ਉਹ ਕਰ ਸਕਦਾ ਜਿਹੜਾ ਇਹਨਾਂ ਤੋਂ ਡਰਦਾ ਨਾ ਹੋਵੇ, ਜਿਹਨੂੰ ਇਹਨਾਂ ਤੋਂ ਲਾਲਚ ਨਾ ਹੋਵੇ। ਇਸ ਕਰਕੇ ਜਿਹੜੀ ਇਨਕੁਆਇਰੀ 3 IAS ਅਫਸਰਸ ਨੇ ਕੀਤੀ ਆ ਤੇ ਉਹਨੂੰ ਵੈਟ ਕੀਤਾ ਹੈਗਾ ਵਿਨੀ ਮਹਾਜਨ ਨੇ, ਉਹ ਸਰਾਸਰ ਬੋਗਸ ਆ। ਉਹ ਸਰਾਸਰ ਇੱਕ ਪੂਰਾ ਨੰਗਾ ਚਿੱਟਾ ਨਾਚ ਆ ਭ੍ਰਿਸ਼ਟਾਚਾਰ ਨੂੰ ਦਬਾਉਣ ਦਾ। ਔਰ ਇਸ ਮੁਕਾਬਲੇ ਤੇ ਜਿਹੜੇ ਤੱਥ ਨੇ ਇਸ ਸਾਰੇ ਸਾਧੂ ਸਿੰਘ ਧਰਮਸੋਤ ਦੇ ਖਿਲਾਫ ਆ, ਹੁਣ ਬਹੁਤ ਵੱਡਾ ਇੱਕ ਜਿਹੜਾ ਦ ਪ੍ਰਿੰਟ ਇੱਕ ਬਹੁਤ ਵੱਡਾ ਨਿਊਜ਼ ਪੋਰਟਲ ਆ ਇੰਡੀਆ ਦਾ, ਸ਼ੇਖਰ ਗੁਪਤਾ ਹੋਣਾ ਦਾ, ਉਹਨਾਂ ਦੀ ਇੱਕ ਜਰਨਲਿਸਟ ਆ ਚਿਤਲੀਨ ਸੇਠੀ ਨੇ, ਉਹਨੇ ਇੱਕ ਬੜੀ ਇਨਵੈਸਟੀਗੇਟਿਵ ਬੜੀ ਇਨ ਡੈਪਥ ਦੀ ਇਨਕੁਆਇਰੀ ਕੀਤੀ ਆ। ਉਹਦੀ ਸਾਰੀ ਰਿਪੋਰਟ ਦੇ ਆਧਾਰ ਤੇ ਸਰਕਾਰੀ ਦਸਤਾਵੇਜ਼ ਦੇ ਆਧਾਰ ਦੇ ਉੱਤੇ, ਔਰ ਉਹਨਾਂ ਨੇ ਇੱਕ ਜਿਹੜਾ ਤੱਥ ਸਾਹਮਣੇ ਰੱਖਤਾ ਕਿ ਕਿਸ ਤਰ੍ਹਾਂ ਧਰਮਸੋਤ ਨੇ ਪਹਿਲਾਂ ਆਉਂਦਿਆਂ ਸਾਰ ਸਕਾਲਰਸ਼ਿਪ ਦੀ ਸਕੀਮ ਦਾ ਸਾਰਾ ਕੰਟਰੋਲ ਆਪਣੇ ਹੱਥ ਵਿੱਚ ਲਿਆ, ਜਦ ਕਿ ਇਹ ਡਾਇਰੈਕਟਰ ਲੈਵਲ ਦੇ ਕੰਮ ਸੀਗੇ। ਦਲਿਤਾਂ ਨੂੰ ਕਾਲਜਾਂ ਨੂੰ ਸਕਾਲਰਸ਼ਿਪ ਕਿੰਨੀ ਦੇਣੀ, ਕਿੱਧਰ ਦੇਣੀ, ਉਹ ਇੱਕ ਡਾਇਰੈਕਟਰ ਲੈਵਲ ਦਾ ਕੰਮ ਸੀ। ਫਿਰ ਇਹਨੇ ਆਪਣੇ ਚਹੇਤੇ ਇੱਕ ਡਿਪਟੀ ਡਾਇਰੈਕਟਰ ਨੂੰ ਉਸ ਕੰਮ ਦਾ ਇੰਚਾਰਜ ਬਣਾਇਆ। ਫਿਰ ਇਹ ਆਪਣੀਆਂ ਉਹ ਫਾਈਲਾਂ ਸਾਰੀਆਂ ਡਾਇਰੈਕਟਲੀ ਆਪਣੇ ਕੋਲ ਮੰਗਾਉਣ ਲੱਗ ਗਏ। ਔਰ ਫਿਰ ਇਹਨਾਂ ਨੇ ਸਮੇਂ ਦੇ ਉੱਤੇ ਪਿਕ ਐਂਡ ਚੂਜ਼ ਕਰਕੇ ਬਹੁਤ ਸਾਰੇ ਕਾਲਜਸ ਨੂੰ ਆਪਣੀ ਮੁਦਾਖਲਤ ਨਾਲ ਪੈਸਾ ਦੇਣਾ ਸ਼ੁਰੂ ਕਰਤਾ। ਕੁਝ ਇਸ ਤਰ੍ਹਾਂ ਦੇ ਕਾਲਜਸ ਨੂੰ ਪੈਸਾ ਦਿੱਤਾ ਜਿਨ੍ਹਾਂ ਕੋਲੋਂ ਸਰਕਾਰ ਨੇ ਪਹਿਲਾਂ ਆਡਿਟ ਵਿੱਚ ਪੈਸੇ ਰਿਕਵਰ ਕਰਨੇ ਆਰਡਰ ਹੁਕਮ ਹੋਏ ਸੀ। ਮਿਸਾਲ ਦੇ ਤੌਰ ਤੇ ਸਰਸਵਤੀ ਪੋਲੀਟੈਕਨਿਕ ਕਾਲਜ ਹੈ ਇੱਕ ਕਾਲਜਸ ਸੀ ਜਿਨ੍ਹਾਂ ਕੋਲ ਸ਼ਾਇਦ 17 ਕਰੋੜ ਰੁਪਏ ਦੇ ਕਰੀਬ ਜਿਹੜਾ ਡਿਸਬਰਸਮੈਂਟ ਸਰਕਾਰ ਕਹਿੰਦੀ ਸੀਗੀ ਕਿ 43 ਕਾਲਜਾਂ ਨੂੰ ਕੁਝ ਗਲਤ ਹੋਈ ਹੈ। ਉਹਨਾਂ ਚੋਂ ਸਰਸਵਤੀ ਤੋਂ 12 ਲੱਖ ਰੁਪਇਆ ਸਰਕਾਰ ਨੇ ਰਿਕਵਰ ਕਰਨਾ ਸੀਗਾ। ਸਾਧੂ ਸਿੰਘ ਧਰਮਸੋਤ ਅਪ੍ਰੈਲ ਦੇ ਮਹੀਨੇ 'ਚ ਉਹ ਕਾਲਜਾਂ ਦੀ ਇੱਕ ਸੂਚੀ ਜਾਰੀ ਕਰਦੇ ਨੇ ਕਿ ਆਹ ਕਾਲਜਾਂ ਤੋਂ ਪੈਸਾ ਅਸੀਂ ਲੈਣਾ ਵਾ, ਉਹਦੇ 'ਚ ਸਰਸਵਤੀ ਦਾ ਵੀ ਨਾਮ ਸੀਗਾ। ਤੇ ਅਗਸਤ 2019 ਵਿੱਚ ਸਰਸਵਤੀ ਕਾਲਜ ਨੂੰ ਧਰਮਸੋਤ ਆਪਣੇ ਸਾਈਨਾਂ ਦੇ ਨਾਲ 90 ਲੱਖ ਰੁਪਇਆ ਹੋਰ ਉਸ ਕਾਲਜ ਨੂੰ ਦੇ ਰਹੇ ਨੇ। ਸੋ ਇਸ ਕਰਕੇ ਇਹ ਜਿਹੜਾ ਬਹੁਤ ਵੱਡਾ ਫਰਾਡ ਹੈ, ਇਹ ਤਾਂ ਹਲੇ ਉਹਦਾ ਸਿਰਫ ਜਿਹਨੂੰ ਕਹਿੰਦੇ ਟਿਪ ਆਫ ਦੀ ਆਈਸਬਰਗ ਹੈ। ਕਿਰਪਾ ਸ਼ੰਕਰ ਸਰੋਜ ਦੀ ਰਿਪੋਰਟ ਨੂੰ ਜਾਣਬੁੱਝ ਕੇ ਦਬਾਇਆ ਗਿਆ ਕਿਉਂਕਿ ਉਸਨੇ ਇੱਕ ਸੱਚ ਤੱਥ ਸਾਹਮਣੇ ਲਿਆਂਦੇ ਸੀਗੇ। ਕੈਪਟਨ ਅਮਰਿੰਦਰ ਸਿੰਘ ਦੇ ਮਿਨਿਸਟਰ ਨੂੰ ਉਹਦਾ ਇੱਕ ਭ੍ਰਿਸ਼ਟ ਚਿਹਰਾ ਬੇਨਕਾਬ ਕੀਤਾ ਸੀਗਾ। ਬਜਾਏ ਉਹਨੂੰ ਇਨਾਮ ਦੇਣ ਦੇ ਉਹਨੂੰ ਉਹਨਾਂ ਨੇ ਸਜ਼ਾ ਦੇ ਦਿੱਤੀ ਤੇ ਐਨੀਮਲ ਹਸਬੈਂਡਰੀ ਵਿੱਚ ਖੁੱਡੇ ਲਾਈਨ ਇੱਕ ਮਹਿਕਮੇ ਵਿੱਚ ਪਾ ਦਿੱਤਾ। ਅਗਰ ਉਹਦੀ ਰਿਪੋਰਟ ਦੇ ਆਧਾਰ ਤੇ ਤੁਸੀਂ ਦੇਖੋਗੇ ਤਾਂ ਉਹਦੇ 'ਚ ਬਹੁਤ ਵੱਡੇ ਤੱਥ ਨੇ। ਜਿੱਦਾਂ ਮਿਸਾਲ ਦੇ ਤੌਰ ਤੇ 39 ਕਰੋੜ ਰੁਪਈਆ ਉਹਨੇ ਕਿਹਾ ਕਿ ਸਰਕਾਰੀ ਡਿਪਾਰਟਮੈਂਟ ਦਾ ਮਿਸਿੰਗ ਆ। ਇਹ ਕਿੱਥੇ ਆ? ਇਹ ਗੋਸਟ ਕਾਲਜਸ ਕੋਲ ਗਿਆ ਹੋਇਆ, ਇਹ ਫੇਕ ਇੰਸਟੀਟਿਊਸ਼ਨਸ ਕੋਲ ਗਿਆ, ਕਿਉਂਕਿ ਜਿਹੜੀ ਸਾਰੀ ਇਹ ਹੈ ਨਾ ਸਕਾਲਰਸ਼ਿਪ ਸਕੀਮ, ਇਹਦੇ 'ਚ ਬਹੁਤ ਸਾਰੇ ਇੰਸਟੀਟਿਊਸ਼ਨ ਇਹੋ ਜਿਹੇ ਨੇ ਜਿਹੜੇ ਇਕੱਲੇ ਕਾਗਜ਼ਾਂ 'ਤੇ ਨੇ। ਉਹ ਇਸ ਸਕਾਲਰਸ਼ਿਪ ਸਕੀਮ ਨੂੰ ਖਾਣ ਦੇ ਨਜ਼ਰੀਏ ਨਾਲ ਹੀ ਰਜਿਸਟਰ ਹੋਏ ਨੇ, ਅਸਲ ਵਿੱਚ ਨਾ ਪੜ੍ਹਾਉਂਦੇ ਨੇ ਨਾ ਪੜ੍ਹਦੇ ਨੇ। ਜਾਂ ਹੋਰ ਬਹੁਤ ਸਾਰੇ ਕਾਲਜਸ ਨੇ, ਇੰਸਟੀਟਿਊਸ਼ਨ ਨੇ, ਬਹੁਤ ਸਾਰੇ ਫਰਜ਼ੀ ਸਟੂਡੈਂਟਸ ਭਰਤੀ ਦਿਖਾਏ ਹੋਏ ਨੇ ਔਰ ਉਹਨਾਂ ਦਾ ਪੈਸਾ ਉਹ ਸ਼ਾਇਦ ਆਪ ਖੁਰਦ-ਬੁਰਦ ਕਰਦੇ ਨੇ। ਤਾਂ ਇਹ ਜਿਹੜਾ 39 ਕਰੋੜ ਰੁਪਈਆ, ਇਹ 3 ਮੈਂਬਰ ਕਮੇਟੀ ਜਿਹੜੀ ਸਰਕਾਰ ਨੇ ਕਮੇਟੀ ਬਣਾਈ, ਇਨਕੁਆਇਰੀ ਕਮੇਟੀ, ਉਹਨੇ ਮੰਨ ਲਿਆ ਕਿ ਜੋ ਕਿਰਪਾ ਸ਼ੰਕਰ ਨੇ ਕਿਹਾ ਉਹ 39 ਕਰੋੜ ਰੁਪਈਆ ਬਿਲਕੁਲ ਮਿਸਿੰਗ ਸੀਗਾ, ਪਰ ਹੁਣ ਸਾਨੂੰ ਲੱਭ ਗਿਆ ਵਾ। ਪਰ ਚੀਫ ਸੈਕਟਰੀ ਦਾ ਫਰਜ਼ ਬਣਦਾ ਸੀਗਾ ਵੀ ਇਹ 39 ਕਰੋੜ ਰੁਪਏ ਕਿੱਥੇ ਗਿਆ ਸੀਗਾ।
ਇਹ ਕਿਹਦੇ ਅਕਾਊਂਟ ਵਿੱਚ ਸੀਗਾ, ਇਹ ਕਿੱਥੇ ਪਾਰਕਡ ਸੀਗਾ, ਇਹ ਪੈਸੇ ਦਾ ਕਿਹਨੇ ਇਸਤੇਮਾਲ ਕੀਤਾ, ਉਹ ਤਾਂ ਸਿੱਧੀ FIR ਦਰਜ ਬਣਦੀ ਸੀਗੀ। ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਇੰਪੋਰਟੈਂਟ ਮਾਮਲੇ ਨੇ। ਜਿੱਦਾਂ ਕੈਬਨਿਟ ਨੇ ਡਿਸਾਈਡ ਕੀਤਾ ਸੀਗਾ 2018 ਵਿੱਚ ਕਿ ਜਿਹੜੇ ਕਾਲਜਸ ਕੋਲੋਂ ਅਸੀਂ ਰਿਕਵਰੀ ਕਰਨੀ ਹੈ ਇਹਨਾਂ ਨੂੰ 9% ਵਿਆਜ ਵੀ ਲਾਓ ਤੇ ਪੈਸਾ ਵਾਪਸ ਲਓ। ਜਿਨ੍ਹਾਂ ਨੇ 50 ਲੱਖ ਤੋਂ ਉੱਤੇ ਪੈਸਾ ਦੇਣਾ ਇਹਨਾਂ ਤੇ FIR ਦਰਜ ਕਰਾਓ, ਇਹਨਾਂ ਤੇ ਪਰਚੇ ਦਰਜ ਕਰਾਓ। ਕਿਸੇ ਦੇ ਕੋਈ ਪਰਚਾ ਦਰਜ ਨਹੀਂ ਕਰਾਇਆ, ਕੋਈ ਕਾਰਵਾਈ ਨਹੀਂ ਹੋਈ। ਔਰ ਵਿਨੀ ਮਹਾਜਨ ਨੇ, ਮੈਂ ਕਹਿੰਦਾ ਚਲੋ ਆਪਣੀ ਫਰਜ਼ੀ ਰਿਪੋਰਟ ਹੀ ਹੈ, ਉਸ ਰਿਪੋਰਟ 'ਚ ਉਹਨਾਂ ਨੇ ਇਹ ਮੰਨਿਆ ਕਿ 7 ਕਰੋੜ 33 ਲੱਖ ਰੁਪਈਆ ਸਾਡੇ ਡਿਪਾਰਟਮੈਂਟ ਦੇ ਅਫਸਰਾਂ ਨੇ ਖਾਧਾ ਵਾ ਤੇ ਉਹਨਾਂ ਦੇ ਖਿਲਾਫ ਕੀ ਐਕਸ਼ਨ ਲਿਆ। 3 ਹਫ਼ਤੇ ਨੇ, ਉਹਨਾਂ ਨੂੰ ਅੱਜ ਤੱਕ ਸਸਪੈਂਡ ਤੱਕ ਨਹੀਂ ਕੀਤਾ, ਉਹਨਾਂ ਦੇ ਖਿਲਾਫ ਕੋਈ FIR ਦਰਜ ਨਹੀਂ ਹੋਈ। ਇੱਥੋਂ ਸਾਫ਼ ਸਾਬਤ ਹੁੰਦਾ ਕਿ ਇਹ ਸਾਰਾ ਜਿਹੜਾ ਐਕਸਰਸਾਈਜ਼ ਸੀਗੀ ਇਹ ਪ੍ਰੀ ਮੈਡੀਟੇਟਿਡ ਸੀਗੀ। ਇਹ ਪਹਿਲਾਂ ਸਾਰਾ ਕੁਝ ਤੈਅ ਹੋ ਜਾਂਦਾ ਕਿ ਅਸੀਂ ਆਪਣੇ ਮਿਨਿਸਟਰ ਨੂੰ ਕਿਸ ਤਰ੍ਹਾਂ ਨਾਲ ਕਲੀਨ ਚਿੱਟ ਦੇਣੀ ਤੇ ਫਿਰ ਇੱਕ ਇਨਕੁਆਇਰੀ ਦਾ ਦਿਖਾਵਾ ਲੋਕਾਂ ਦੀ ਕਚਹਿਰੀ ਵਿੱਚ ਕੀਤਾ ਜਾਂਦਾ ਵਾ। ਇਸ ਤੋਂ ਇਲਾਵਾ ਵੀ ਇਸ ਰਿਪੋਰਟ ਵਿੱਚ ਬਹੁਤ ਇੰਪੋਰਟੈਂਟ ਡਾਕੂਮੈਂਟਸ ਨੇ। ਮਿਸਾਲ ਦੇ ਤੌਰ ਤੇ ਇੱਕ ਪੇਜ ਫੋਰਜਰੀ ਕੀਤੀ ਆ। ਕਿਰਪਾ ਸ਼ੰਕਰ ਸਰੋਜ ਨੇ ਸ਼ਾਇਦ 17 ਨੰਬਰ ਪੇਜ ਆਪਣੀ ਰਿਪੋਰਟ ਵਿੱਚ ਦਿਖਾਤਾ ਸੀਗਾ ਕਿ ਇਹ ਕਿਹੜੇ ਕਾਲਜਸ ਨੂੰ ਜਾਂ ਇਹ ਫਰਜ਼ੀ ਸਾਰਾ ਜਿਹੜਾ ਕੰਮ ਕੀਤਾ ਜਾ ਰਿਹਾ ਹੈਗਾ, ਉਸਨੇ ਪੂਰਾ ਆਪਣੀ ਕੰਪਲੀਟ ਆਪਣੀ ਰਿਪੋਰਟ ਵਿੱਚ ਦਿੱਤਾ। ਉਹ ਡਿਪਟੀ ਡਾਇਰੈਕਟਰ ਪਰਮਿੰਦਰ ਸਿੰਘ ਗਿੱਲ ਨੇ ਹੁਣ ਜਿਹੜੀ ਰਿਪੋਰਟ ਫਾਈਨਲ 'ਚ ਆਇਆ ਉਹਦੇ 'ਚ ਉਹ ਪੇਜ ਹੀ ਚੇਂਜ ਕਰ ਦਿੱਤਾ ਵਾ, ਬਲਕਿ 2 ਪੇਜਸ ਚੇਂਜ ਕੀਤੇ ਨੇ ਜਿਹਦੇ ਵਿੱਚ ਕਿਰਪਾ ਸ਼ੰਕਰ ਸਰੋਜ ਨੇ ਇਸ ਜਿਹੜਾ ਪੈਸਾ ਮਿਸਿੰਗ ਸੀ ਜਾਂ ਗੋਸਟ ਇੰਸਟੀਟਿਊਸ਼ਨ ਨੂੰ ਪੈਸੇ ਜਾਂਦੇ ਨੇ ਉਹਦਾ ਜ਼ਿਕਰ ਕੀਤਾ ਸੀਗਾ। ਉਹ ਟੈਂਪਰਿੰਗ ਬਣਦੀ ਸੀ, ਉਹਦੇ 'ਚ FIR ਬਣਦੀ ਸੀ। ਸੋ ਕੁੱਲ ਮਿਲਾ ਕੇ ਜਿਹੜਾ ਮਾਮਲਾ ਨਾ ਸਾਰਾ, ਇਹ ਅਗਰ ਕੋਈ ਨਿਰਪੱਖ ਜਾਂਚ ਹੋਊਗੀ, ਜਿੱਦਾਂ ਅਸੀਂ ਗਵਰਨਰ ਸਾਹਿਬ ਕੋਲੋਂ ਹਾਈ ਕੋਰਟ ਦੇ ਮੌਜੂਦਾ ਸਿਟਿੰਗ ਜੱਜ ਕੋਲ ਇਨਕੁਆਇਰੀ ਮੰਗੀ ਹੈ, ਇਹ ਉਸ ਤਰ੍ਹਾਂ ਦੀ ਜਾਂਚ ਵਿੱਚ ਸਾਰੇ ਤੱਥ ਸਾਹਮਣੇ ਆ ਸਕਦੇ, ਵਰਨਾ ਅਮਰਿੰਦਰ ਸਿੰਘ ਹੁਣੀ ਤਾਂ ਇਸ ਨੂੰ ਦਬਾਉਣਗੇ। ਔਰ ਵਿਨੀ ਮਹਾਜਨ ਬਾਰੇ ਮੈਂ ਇਹ ਕਹਿ ਸਕਦਾ ਕਿ ਉਹਨੇ ਜਿਹੜਾ ਉਹਦੇ ਤੇ ਕਰਜ਼ ਚਾੜਿਆ ਸੀ ਨਾ, ਕੈਪਟਨ ਸਾਹਿਬ ਨੇ 4-5 ਅਫਸਰਾਂ ਨੂੰ ਸੁਪਰਸੀਡ ਕਰਕੇ ਇਹਨੂੰ ਚੀਫ ਸੈਕਟਰੀ ਬਣਾਇਆ ਸੀ, ਉਹ ਪਹਿਲੀ ਕਿਸ਼ਤ ਉਹਨੇ ਸਾਧੂ ਸਿੰਘ ਧਰਮਸੋਤ ਨੂੰ ਬਚਾ ਕੇ ਲਾ ਦਿੱਤੀ ਹੈ ਤੇ ਆਉਣ ਵਾਲੇ ਸਮੇਂ 'ਚ ਪਤਾ ਨਹੀਂ ਕਿੰਨੀਆਂ ਹੋਰ ਕਿਸ਼ਤਾਂ ਇਦਾਂ ਦੀਆਂ ਲਾਉਣੀਆਂ। ਸਰ ਦੂਜਾ ਸਵਾਲ, ਜਿਸ ਤਰ੍ਹਾਂ ਤੁਸੀਂ ਕਹਿੰਦੇ ਨਜ਼ਰ ਆ ਰਹੇ ਹੋ ਕਿ 7 ਕਰੋੜ ਰੁਪਏ ਦਾ ਸਿੱਧੇ ਤੌਰ ਤੇ ਜ਼ਿਕਰ ਹੈ ਕਿ ਅਫਸਰਾਂ ਨੇ ਖਾਇਆ, ਕਿਹੜੇ ਅਫਸਰ ਹੈ, ਕਿ ਉਹਨਾਂ ਦੇ ਖਿਲਾਫ ਕਿਸੇ ਤਰ੍ਹਾਂ ਦੀ ਕਾਰਵਾਈ ਦੀ ਗੱਲ ਇਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਕੀਤੀ ਹੈ, ਔਰ ਕਿਸ ਲੈਵਲ ਦੇ ਅਧਿਕਾਰੀ ਹੈ, ਕਿੰਨੀ ਕੁ ਸ਼ਮੂਲੀਅਤ ਸੀ, ਕਿਸ ਕਰਕੇ ਉਹਨਾਂ ਨੇ 7 ਕਰੋੜ ਕਿਸ ਤਰ੍ਹਾਂ ਗਾਇਬ ਹੋ ਗਿਆ। ਪਹਿਲੀ ਗੱਲ ਤਾਂ ਜਦੋਂ ਤੁਸੀਂ ਕੋਈ ਇਨਕੁਆਇਰੀ ਕਰਦੇ ਆ ਕਰਪਸ਼ਨ ਸਕੈਂਡਲ ਤੇ, ਉਹ ਰਿਪੋਰਟ ਨੂੰ ਤੁਸੀਂ ਪਬਲਿਕ ਕਿਉਂ ਨਹੀਂ ਕਰਦੇ? ਉਹ ਰਿਪੋਰਟ ਨੂੰ ਚੀਫ ਸੈਕਟਰੀ ਆਪਣੇ ਦਰਾਜਾਂ ਵਿੱਚ ਰੱਖ ਕੇ ਕਿਉਂ ਰੱਖਦੇ ਨੇ, ਲੁਕੋ ਕੇ ਕਿਉਂ ਰੱਖਦੇ ਨੇ? ਜਿਹੜੇ ਮੀਡੀਆ ਹਾਊਸਸ ਆ ਉਹਨਾਂ ਨੂੰ ਤਰੀਕੇ ਨਾਲ ਬੜੀ ਮਿਹਨਤ ਕਰਕੇ ਆਪਣੀ ਰਿਪੋਰਟ ਦਾ ਹਿੱਸੇ ਲੈਣੇ ਪੈਂਦੇ, ਕਿਉਂ? ਇਹ ਪਬਲਿਕ ਡਾਕੂਮੈਂਟ ਆ, ਇਹਦਾ ਵਿਧਾਨ ਸਭਾ ਦੇ ਵਿੱਚ ਲੈ ਹੋਣਾ ਚਾਹੀਦਾ ਸੀ। 28 ਤਰੀਕ ਦਾ ਜਿਹੜਾ 28 ਅਗਸਤ ਵਾਲਾ ਸੀਗਾ ਸੈਸ਼ਨ, ਉਹਦੇ ਵਿੱਚ ਛਾਇਆ ਹੋਣੀ ਚਾਹੀਦੀ ਸੀ ਰਿਪੋਰਟ। ਇੱਥੋਂ ਪਤਾ ਲੱਗਦਾ ਵਾ ਕਿ ਇਹ ਸਾਰਾ ਕੁਝ ਆਪਣੇ ਚਹੇਤਿਆਂ ਨੂੰ ਬਚਾਉਂਦੇ ਨੇ। ਔਰ ਜਿਹੜਾ ਤੁਸੀਂ ਕਿਹਾ, ਆਪ ਹੀ ਉਹਨਾਂ ਨੇ 7 ਕਰੋੜ 33 ਲੱਖ ਰੁਪਈਆ ਮੰਨਿਆ ਕਿ ਗਮਨ ਹੋਇਆ ਵਾ ਤੇ 3 ਹਫ਼ਤੇ ਬੀਤ ਗਏ ਨੇ। ਜਿਹੜੇ ਅਫਸਰਾਂ ਦੇ ਨਾਮ ਲਿਖੇ ਨੇ ਚੀਫ ਸੈਕਟਰੀ ਨੇ ਆਪਣੀ ਰਿਪੋਰਟ 'ਚ, ਉਹਨਾਂ ਦੇ ਖਿਲਾਫ ਵੀ ਕੋਈ ਐਕਸ਼ਨ ਨਹੀਂ ਲਿਆ। ਇੱਥੋਂ ਤੁਹਾਨੂੰ ਕੀ ਸਾਬਤ ਹੁੰਦਾ ਵਾ ਕਿ ਇਹ ਸਰਾਸਰ ਸਰਕਾਰ ਦੇ ਪ੍ਰੈਸ਼ਰ ਥੱਲੇ ਕੰਮ ਕਰ ਰਹੇ ਔਰ ਕਰੋੜਾਂ ਰੁਪਏ ਮਹੀਨੇ ਦੇ ਲੈਂਦੇ ਨੇ ਜੀ ਇਹ ਲੋਕ। ਮਤਲਬ ਪਹਿਲੀ ਜ਼ਿੰਮੇਵਾਰੀ ਚੀਫ ਮਿਨਿਸਟਰ ਜਿਹੜਾ ਕਰੋੜਾਂ ਰੁਪਏ ਸਰਕਾਰ ਦੇ ਖਰਚ, ਗੱਡੀਆਂ, ਮੋਟਰਾਂ, ਹੈਲੀਕਾਪਟਰ ਤੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਵਾ ਰਹੇ ਨੇ ਆਪ। ਚੀਫ ਸੈਕਟਰੀ ਦੀ ਦੂਜੀ ਡਿਊਟੀ, ਤੀਜੀ ਜਦੋਂ ਕੁਛ ਨਹੀਂ ਸਰਕਾਰ ਕਰਦੀ, ਲੀਡਰ ਆਫ ਆਪੋਜੀਸ਼ਨ ਗੱਡੀਆਂ ਮੋਟਰਾਂ ਘਰ ਦਿੱਤਾ, ਉਹ ਚੁੱਪ ਬੈਠੇ ਨੇ, ਐਵੇਂ ਫਰਜ਼ੀ ਜਿਹਾ ਧਰਨਾ ਲਵਾਤਾ ਸਾਧੂ ਸਿੰਘ ਦੇ ਘਰ। ਜੇ ਇੱਕ ਪੱਤਰਕਾਰ, ਇੱਕ ਜਰਨਲਿਸਟ ਐਡੀ ਵੱਡੀ ਰਿਪੋਰਟ ਤੱਥਾਂ ਦੇ ਆਧਾਰ ਦੇ ਉੱਤੇ ਪੈਦਾ ਕਰ ਸਕਦੀ ਆ ਤੇ ਲੀਡਰ ਆਫ ਆਪੋਜੀਸ਼ਨ ਬੈਠਾ ਕਿਉਂ ਮੂਕ ਦਰਸ਼ਕ ਬਣ ਕੇ? ਸੋ ਇਹ ਸਾਰਾ ਸਿਸਟਮ ਦਾ ਫੇਲੀਅਰ ਹੈ। ਲੇਕਿਨ ਤੁਹਾਨੂੰ ਲੱਗਦਾ ਬੜੀ ਹਾਸੋਹੀਣੀ ਜੀ ਗੱਲ ਹੈ ਕਿ ਜਦੋਂ ਪੋਸਟ ਮੈਟ੍ਰਿਕ ਸਕੋਲਰਸ਼ਿਪ ਦਾ ਜ਼ਿਕਰ ਹੋਇਆ ਸੀ, ਜਦੋਂ ਕੈਪਟਨ ਸਰਕਾਰ ਬਣੀ ਸੀ, ਉਸ ਸਮਾਂ ਕੁਝ ਸਮਾਂ ਲਈ ਕਾਲਜਾਂ ਨੂੰ ਪੈਸਾ ਨਹੀਂ ਦਿੱਤਾ ਗਿਆ ਸੀ। ਇਹ ਕਿਹਾ ਜਾ ਰਿਹਾ ਸੀ ਆਪਾਂ ਆਡਿਟ ਕਰਾ ਰਹੇ ਹਾਂ, ਕਿਉਂਕਿ ਸਾਬਕਾ ਸਰਕਾਰ ਵੇਲੇ 200 ਕਰੋੜ ਰੁਪਏ ਦਾ ਇੱਕ ਘੁਟਾਲਾ ਹੋਇਆ ਸੀ, ਜਿਸ ਦੇ ਵਿੱਚ ਸਾਬਕਾ ਸਰਕਾਰ ਦੇ ਮੰਤਰੀ ਜਿਹੜੇ ਉਹਨਾਂ ਦੀ ਸ਼ਮੂਲੀਅਤ ਸੀ। ਹੁਣ ਜਿਹੜੇ ਮੰਤਰੀ ਕਹਿੰਦੇ ਸੀ ਕਿ ਸਾਬਕਾ ਸਰਕਾਰ ਨੇ ਗਬਨ ਕੀਤਾ, ਸਾਬਕਾ ਸਰਕਾਰ ਨੇ ਚੋਰੀ ਕੀਤੀ, ਅੱਜ ਉਸੇ ਮੰਤਰੀ ਦੇ ਉੱਪਰ ਇੰਨੇ ਗੰਭੀਰ ਆਰੋਪ ਲੱਗੇ ਔਰ ਚੁੱਪ ਹੈ ਉਹ। ਦੇਖੋ, ਇਹ ਸਗੋਂ ਮੈਂ ਦੇਖਿਆ ਵਾ ਕਿ ਜਿਹੜਾ ਆਡਿਟ ਕੀਤਾ ਨਾ ਇਹਨਾਂ ਨੇ ਆਰਡਰ, ਕਿ ਅਸੀਂ ਪਿਛਲੀ ਸਰਕਾਰ ਦੇ ਜਿਹੜੇ ਕਾਲਜਾਂ ਨੂੰ ਪੈਸੇ ਗਏ ਨੇ ਅਸੀਂ ਉਹਦਾ ਹਿਸਾਬ ਤਾਂ ਮੰਗਾਂਗੇ, ਉਹ ਇਹਨਾਂ ਨੂੰ ਸਗੋਂ ਹਥਿਆਰ ਮਿਲ ਗਿਆ ਪੈਸੇ ਲੈਣ ਵਾਸਤੇ। ਔਰ ਸਾਧੂ ਸਿੰਘ ਧਰਮਸੋਤ ਦੀ ਟੋਟਲ ਪ੍ਰਕਿਰਿਆ ਜਿਹੜੀ ਆ, ਤੁਸੀਂ ਉਹਦੀ ਕਾਰਜਸ਼ੈਲੀ ਤੇ ਕਿਰਪਾ ਸ਼ੰਕਰ ਸਰੋਜ ਦੀ ਰਿਪੋਰਟ ਦੇਖੋਗੇ, ਇਹਨੇ ਆਪ ਪਰਸਨਲ ਇੰਟਰਸਟ ਲੈ ਕੇ ਪਿਕ ਐਂਡ ਚੂਜ਼ ਕਰਕੇ ਉਹਨਾਂ ਇੰਸਟੀਟਿਊਸ਼ਨਸ ਨੂੰ ਜਿਨ੍ਹਾਂ ਤੇ ਰਿਕਵਰੀ ਦੇ ਹੁਕਮ ਹੋਏ ਸੀ, ਜਿੱਦਾਂ ਮੈਂ ਜ਼ਿਕਰ ਕੀਤਾ, ਉਹਨਾਂ ਨੂੰ ਹੋਰ ਪੈਸੇ ਦਿੱਤੇ ਨੇ, ਆਪਣੇ ਚਹੇਤਿਆਂ ਨੂੰ ਹੋਰ ਪੈਸੇ ਦਿੱਤੇ ਨੇ। ਇੱਥੋਂ ਸਾਫ਼ ਸਾਬਤ ਹੁੰਦਾ ਕਿ ਮਿਨਿਸਟਰ ਦਾ ਇਹਨਾਂ ਸਾਰੇ ਘਪਲਿਆਂ ਵਿੱਚ ਵੈਸਟਡ ਇੰਟਰਸਟ ਸੀਗਾ। ਔਰ ਤਾਂ ਹੀ ਮੈਂ ਕਹਿ ਰਿਹਾ ਕਿ ਇਹ ਬੜੀ ਬਲੇਟੈਂਟ ਕਰਪਸ਼ਨ ਹੈ। ਇਹ ਅਗਰ ਕੋਈ ਇਹਦੀ ਤਹਿ ਤੱਕ ਜਾਊਗਾ ਤਾਂ ਇਹਦੇ ਚੀਫ ਮਿਨਿਸਟਰ ਦਾ ਵੀ ਰੋਲ ਆਉਂਦਾ ਵਾ, ਕਿਉਂਕਿ ਚੀਫ ਮਿਨਿਸਟਰ ਸਾਹਿਬ ਨੇ ਜਦੋਂ 2017 'ਚ ਪਹਿਲਾਂ ਇੱਕ ਆਡਿਟ, ਜਨਰਲ ਆਡਿਟ ਕਰਤਾ,
ਉਸ ਆਡਿਟ ਵਿੱਚ 505 ਕਰੋੜ ਰੁਪਏ ਦਾ ਗਮਨ ਜਾਂ ਘਪਲਾ ਨਜ਼ਰ ਆਇਆ ਤੇ ਫਿਰ ਇਹਨਾਂ ਨੇ 2019 ਦੀ ਜਨਵਰੀ ਵਿੱਚ ਇੱਕ ਫਿਰ ਲਾਈਨ ਆਡਿਟ ਆਪਣੇ ਹੀ ਆਡਿਟ ਕੀਤੇ ਦੇ ਉੱਤੇ ਇੱਕ ਹੋਰ ਲਾਈਨ ਆਡਿਟ ਕਰਤਾ ਜਦੋਂ ਕੁਝ ਕਾਲਜਾਂ ਵਾਲੇ ਇਹਨਾਂ ਨੂੰ ਆਣ ਕੇ ਮਿਲੇ ਔਰ ਉਸ ਲਾਈਨ ਆਡਿਟ ਨੇ ਆਪਣੀ ਇਨਕੁਆਇਰੀ ਵਿੱਚ 505 ਤੋਂ ਕਰੋੜ ਤੋਂ ਘਟਾ ਕੇ ਉਹ ਅਮਾਉਂਟ ਜਿਹੜਾ ਸੀ 202 ਕਰੋੜ ਲਿਆਂਦਾ 300 ਕਰੋੜ ਰੁਪਇਆ ਤਾਂ ਚੀਫ ਮਿਨਿਸਟਰ ਦੇ ਮਾੜੇ ਜੇ ਅੱਖ ਝਪਕਣ ਦੇ ਹੁਕਮ ਦੇ ਨਾਲ ਹੀ ਗਾਇਬ ਹੋ ਗਿਆ ਪੰਜਾਬ ਸਰਕਾਰ ਦਾ। ਸੋ ਇਹਦਾ ਮਤਲਬ ਇਹਨਾਂ ਦੀ ਇਨਵੋਲਵਮੈਂਟ ਵੀ ਹੋਊਗੀ ਜਿਹੜਾ 303 ਕਰੋੜ ਰੁਪਇਆ ਗਿਆ। ਦੇਅਰਫੋਰ ਅਸੀਂ ਅੱਜ ਗਵਰਨਰ ਨੂੰ ਚਿੱਠੀ ਅਪਰੋਚ ਕੀਤੀ ਆ ਕਿ ਇਹ ਚੀਫ ਮਿਨਿਸਟਰ ਦੇ ਵੱਸ ਦੀ ਗੱਲ ਨਹੀਂ ਹੈ, ਵਿਜੀਲੈਂਸ ਡਿਪਾਰਟਮੈਂਟ ਦੇ ਵੱਸ ਦੀ ਗੱਲ ਨਹੀਂ, ਪੰਜਾਬ ਸਰਕਾਰ ਆਪ ਮਿਲੀ ਹੋਈ ਆ, ਆਪਣੇ ਮਿਨਿਸਟਰ ਨੂੰ ਬਚਾ ਲਈ ਆ ਤੇ ਇਹਦੀ ਇਨਕੁਆਇਰੀ ਜਿਹੜੀ ਆ ਉਹ ਬਕਾਇਦਾ ਤੌਰ ਤੇ ਸਿਟਿੰਗ ਜੱਜ ਤੋਂ ਕਰਵਾਈ ਜਾਵੇ। ਖਹਿਰਾ ਸਾਹਿਬ, ਅੱਜ ਤੁਸੀਂ ਇਹ ਡਿਮਾਂਡ ਕੀਤੀ ਹੈ ਕਿ ਆ ਕੱਲ ਵਿਧਾਨ ਸਭਾ ਦਾ ਇਜਲਾਸ ਆ ਰਿਹਾ, ਉਸ ਦੇ ਵਿੱਚ ਤੁਸੀਂ ਹਿੱਸਾ ਲੈਂਦੇ ਆ ਮਸਲਾ ਚੱਕੋਗੇ ਕਿਉਂਕਿ ਐਸਸੀ ਬੱਚਿਆਂ ਦੇ ਭਵਿੱਖ ਨਾਲ ਜੁੜਾ ਹੈ ਮਸਲਾ ਔਰ ਵੱਡੀ ਸੰਖਿਆ ਦੇ ਵਿੱਚ ਜਿਹੜੇ ਐਸਸੀ ਬੱਚੇ ਨੇ ਪੰਜਾਬ ਦੇ ਉਹ ਇਸੀ ਸਕੋਲਰਸ਼ਿਪ ਤੇ ਨਿਰਭਰ ਕਰਦੇ ਨੇ, ਇਸੀ ਸਕੋਲਰਸ਼ਿਪ ਨਾਲ ਉਹਨਾਂ ਦੀ ਸਟੱਡੀ ਜਿਹੜੀ ਹੈ ਉਹ ਮੁਕੰਮਲ ਹੁੰਦੀ ਨਜ਼ਰ ਆਉਂਦੀ ਹੈ। ਮੇਰੀ ਪੁਰਜ਼ੋਰ ਕੋਸ਼ਿਸ਼ ਹੋ ਕਿਉਂਕਿ ਕੱਲ ਇੰਪੋਰਟੈਂਟ ਮਸਲਾ ਹੈਗਾ ਕਿਸਾਨਾਂ ਦੇ ਅੰਦੋਲਨ ਦਾ ਤੇ ਇੱਕ ਰੈਜ਼ੋਲੂਸ਼ਨ ਹੋਣਾ ਵਾ। ਆਈ ਵਿਲ ਟਰਾਈ ਮਾਈ ਬੈਸਟ ਕਿ ਉਹ ਵੀ ਪੂਰਾ ਹਾਈਲਾਈਟ ਹੋਵੇ ਤੇ ਦਲਿਤਾਂ ਦੇ ਬੱਚਿਆਂ ਦਾ ਜਿਹੜਾ ਸ਼ੋਸ਼ਣ ਕੀਤਾ ਗਿਆ ਉਹਨਾਂ ਦੇ ਕੋਲੋਂ ਉਹਨਾਂ ਦੇ ਮੂੰਹ ਚੋਂ ਜਿਹੜੀਆਂ ਬੁਰਕੀਆਂ ਖੋਈਆਂ ਗਈਆਂ ਇਹਦਾ ਵੀ ਪ੍ਰੋਪਰ ਤੌਰ ਤੇ ਹਿਸਾਬ ਕਿਤਾਬ ਮਿਲ ਸਕੇ। ਇਸ ਰਿਪੋਰਟ ਨੂੰ ਕੱਲ ਵਿਧਾਨ ਸਭਾ ਵਿੱਚ ਚੱਕਣ ਦਾ ਪੂਰਾ ਉਪਰਾਲਾ ਕਰਾਂਗੇ। ਬਿਲਕੁਲ, ਦੇਖੋ ਵਿਧਾਨ ਸਭਾ ਦੇ ਵਿੱਚ ਵੀ ਆ ਮਸਲਾ ਚੱਕਿਆ ਜਾਏਗਾ। ਇਸ ਤੋਂ ਇਲਾਵਾ ਇਹਨਾਂ ਨੇ ਗਵਰਨਰ ਸਾਹਿਬ ਨੂੰ ਵੀ ਆਗ੍ਰਹਿ ਕੀਤਾ ਹੈ ਕਿ ਇਸ ਮਾਮਲੇ ਦੀ ਜਾਂਚ ਜਿਹੜੀ ਹਾਈ ਕੋਰਟ ਦੇ ਸਿਟਿੰਗ ਜਸਟਿਸ ਤੋਂ ਕਰਾਈ ਜਾਏ ਤਾਂ ਕਿ ਦੁੱਧ ਦਾ ਦੁੱਧ ਔਰ ਪਾਣੀ ਦਾ ਪਾਣੀ ਹੋ ਸਕੇ। ਲੇਕਿਨ ਦੂਜੇ ਪਾਸੇ ਮੀਡੀਆ ਲਗਾਤਾਰ ਆਪਣਾ ਕੰਮ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਮੀਡੀਆ ਸਰਕਾਰਾਂ ਦੀ ਕਾਰਜ ਪ੍ਰਣਾਲੀ ਨੂੰ ਸਵਾਲਾਂ ਦੇ ਘੇਰੇ ਦੇ ਵਿੱਚ ਲੈਂਦਾ ਹੋਇਆ ਜਨਤਾ ਦੇ ਸਾਹਮਣੇ ਰੱਖਦਾ ਨਜ਼ਰ ਆ ਰਿਹਾ, ਲੇਕਿਨ ਸਰਕਾਰਾਂ ਜਿਹੜੀਆਂ ਨੇ ਉਹ ਜਦੋਂ ਵੀ ਉਹਨਾਂ ਤੇ ਆਰੋਪ ਲੱਗਦੇ ਨੇ ਉਸ ਤੇ ਚੁੱਪੀ ਸਾਧਦੀਆਂ ਵੀ ਨਜ਼ਰ ਆਉਂਦੀਆਂ ਨੇ ਔਰ ਉਸ ਨੂੰ ਕਵਰ ਆਫ ਵੀ ਕਰਦੀਆਂ ਨਜ਼ਰ ਆਉਂਦੀਆਂ ਨੇ। ਹੁਣ ਵੇਖਣ ਵਾਲੀ ਗੱਲ ਰਹੇਗੀ ਕਿ ਸੁਖਪਾਲ ਸਿੰਘ ਖਹਿਰਾ ਦੇ ਇਸ ਖੁਲਾਸੇ ਤੋਂ ਬਾਅਦ ਕਾਂਗਰਸੀ ਧੜਾ ਜਿਹੜਾ ਉਹ ਇਸ ਪੂਰੇ ਮਾਮਲੇ ਦਾ ਕਿਸ ਲਹਿਜ਼ੇ ਦੇ ਨਾਲ ਜਵਾਬ ਦਿੰਦਾ ਨਜ਼ਰ ਆਊਗਾ। ਕੈਮਰਾਮੈਨ ਦਵਿੰਦਰ ਸਿੰਘ ਦੇ ਨਾਲ ਵਿਨੀਤ ਕਪੂਰ, ANB ਨਿਊਜ਼, ਚੰਡੀਗੜ੍ਹ।